ਅੱਜ ਆਪਣਾ ਜਿਹੜਾ ਟੌਪਿਕ ਹੈ ਉਹ ਆਪਾਂ ਲਾਸਟ ਰਿਵੀਜ਼ਨ ਤੋਂ ਸਟਾਰਟ ਕਰਦੇ ਹਾਂ ਕੈਲਕੂਲਸ ਦੇ ਵਿੱਚ। ਫਸਟ ਆਪਾਂ ਇਹ ਸਟੱਡੀ ਕੀਤਾ ਕਿ ਕੈਲਕੂਲਸ ਜਿਹੜਾ ਉਹਨੂੰ ਅਸੀਂ ਕਿਉਂ ਸਟੱਡੀ ਕਰਦੇ ਹਾਂ। ਉਹਦੇ 'ਚ ਅਸੀਂ ਨੋਟ ਕੀਤਾ ਵੀ ਜਦੋਂ ਅਸੀਂ ਇਹ ਨੋਟ ਕਰਨਾ ਹੈ ਵੀ ਥਿੰਗਸ ਜਿਹੜੀਆਂ ਕੋਈ ਵੀ ਉਹ ਚੇਂਜ ਕਿਸ ਤਰ੍ਹਾਂ ਹੋ ਰਹੀਆਂ ਨੇ, ਤਾਂ ਆਪਾਂ ਉੱਥੇ ਕੀ ਕਰਦੇ ਹਾਂ ਕਿਹਦਾ ਸਹਾਰਾ ਲੈਂਦੇ ਵੀ ਕੈਲਕੂਲਸ ਦਾ। ਸਾਨੂੰ ਇੱਕ ਫਰੇਮਵਰਕ ਪ੍ਰੋਵਾਈਡ ਕਰ ਦਿੰਦਾ ਹੈ ਜਿਹੜੀਆਂ ਵੈਲਿਊਜ਼ ਨੇ ਉਹ ਕਿਸ ਤਰ੍ਹਾਂ ਇਨਕਰੀਜ਼ ਕਰਨੀਆਂ, ਕਿਸ ਤਰ੍ਹਾਂ ਉਹ ਡਿਕਰੀਜ਼ ਕਰਨੀਆਂ। ਵਧਣ ਤੇ ਘਟਣ ਦਾ ਕਨਸੈਪਟ ਜਿਹੜਾ ਸਾਨੂੰ ਪਤਾ ਲੱਗ ਜਾਂਦਾ। ਇਹ ਵੀ ਪਤਾ ਲੱਗ ਜਾਂਦਾ ਆਪਾਂ ਨੂੰ ਵੀ ਸਾਨੂੰ ਮੈਕਸਿਮਮ ਪ੍ਰੋਫਿਟ ਜਿਹੜਾ ਉਹ ਕਿੰਨਾ ਕੁ ਹੋ ਸਕਦਾ ਹੈ ਤੇ ਕਾਸਟ ਸਾਡੀ ਕਿੰਨੀ ਲੱਗਣੀ ਹੈ, ਜਿਹੜਾ ਉਹਦੇ ਚੋਂ ਰੈਵਨਿਊ ਤੁਹਾਡਾ ਕੁੱਲ ਟੋਟਲ ਜਿਹੜਾ ਤੁਹਾਨੂੰ ਆਮਦਨ ਹੈ ਉਹ ਕਿੰਨੀ। ਇਹ ਆਪਾਂ ਸਾਰੀ ਇਨਫੋਰਮੇਸ਼ਨ ਜਿਹੜੀ ਕਲੈਕਟ ਕਰ ਸਕਦੇ ਹਾਂ ਵਿਦ ਦਾ ਹੈਲਪ ਆਫ ਕੈਲਕੂਲਸ। ਨੈਕਸਟ ਸਲਾਈਡ ਤੇ ਦੇਖੋ ਵੀ ਅਗਲਾ ਆਪਾਂ ਟੌਪਿਕ ਇਹ ਪੜ੍ਹਿਆ ਸੀ ਵੀ ਸਭ ਤੋਂ ਪਹਿਲਾਂ ਮੇਨ ਸਾਡੀ ਜਿਹੜਾ ਪਾਰਟ ਹੈ ਉਹ ਕੀ ਹੈਗਾ, ਨੇਬਰਹੁੱਡ ਪੁਆਇੰਟ। ਨੇਬਰਹੁੱਡ ਕੀ ਆਪਾਂ ਕਹਿੰਦੇ ਸੀ ਗੁਆਂਢੀ ਪੁਆਇੰਟ, ਜਿਵੇਂ ਸਾਡੇ ਘਰ ਦੇ ਆਲੇ ਦੁਆਲੇ ਗੁਆਂਢੀ ਹੁੰਦੇ ਉਵੇਂ ਪੁਆਇੰਟਸ ਤੇ ਵੀ ਗੁਆਂਢੀ ਹੁੰਦੇ, ਵੀ ਜ਼ਰੂਰੀ ਥੋੜੀ ਹੈ ਵੀ ਉਹਨਾਂ ਦੇ ਗੁਆਂਢੀ ਹੁੰਦੇ ਨਹੀਂ ਹੈਗੇ, ਤਾਂ ਉਹਨਾਂ ਦੀ ਵੀ ਗੁਆਂਢੀ ਹੋਣਗੇ। ਤਾਂ ਫਸਟ ਆਪਾਂ ਕਿਹਾ ਸੀ ਕੋਈ ਵੀ ਰੀਅਲ ਨੰਬਰ ਹੈ ਤਾਂ ਅਸੀਂ ਉਹਦੇ A ਤੇ B ਜਿਹੜੇ ਦੋ ਰੀਅਲ ਪੁਆਇੰਟ ਨੇ ਉਹਨਾਂ ਅਸੀਂ ਉਹਦੇ ਨੇਬਰਹੁੱਡ ਪੁਆਇੰਟ ਕਹਿ ਸਕਦੇ ਹਾਂ। ਜੇਕਰ A ਕੀ ਹੋਊਗਾ C ਨਾਲੋਂ ਲੈਸ, ਜਿਹੜਾ B ਹੈ ਉਹ C ਨਾਲੋਂ ਕੀ ਹੋਊਗਾ ਗ੍ਰੇਟਰ ਹੋਊਗਾ। ਤਾਂ ਇਹ ਕਿਸ ਤਰ੍ਹਾਂ ਹੋਊਗਾ, ਇਹ ਆਪਾਂ ਨੂੰ ਐਗਜ਼ਾਮਪਲ ਦੇ ਥਰੂ ਸਮਝਿਆ ਸੀ। ਇਹਨੂੰ 2 ਲੈ ਕੇ ਚੱਲ ਪੋ, ਇਹਨੂੰ 3, ਇੱਧਰ ਆਪਾਂ ਕਿਹਾ ਸੀ ਆਪਣੇ ਕੋਲ ਕੀ ਹੈਗਾ 1 ਹੈ। ਜਿਹੜਾ 2 ਹੈ ਇਹਨੂੰ ਇੱਕ ਟਾਈਪ ਦਾ C ਲੈ ਕੇ ਚੱਲੋ, ਇਹ ਤੁਹਾਡੇ ਕੋਲ B ਹੈ ਤੇ ਇਹ ਕੀ ਹੈ A। ਜਿਹੜੇ 2 ਦੇ ਨੇਬਰ ਪੁਆਇੰਟ ਨੇ ਉਹ ਕੌਣ ਨੇ 1 ਤੇ 3। ਉਹ ਸਾਨੂੰ ਦੇਖਣ ਦੀ ਪਤਾ ਲੱਗਦਾ ਹੁਣ 1 ਨਾਲੋਂ 2 ਵੱਡੀ ਹੋਊਗਾ ਤੇ 2 ਨਾਲੋਂ 3, ਤਾਂ ਕਰਕੇ ਅਸੀਂ ਇਹ ਵਾਲਾ ਮੈਂਸ਼ਨ ਕਰ ਦਿੰਦੇ ਹਾਂ ਵੀ ਇਹ ਵਾਲਾ ਪੁਆਇੰਟ। ਬਸ ਇੱਕ ਧਿਆਨ ਰੱਖਿਓ ਇਹ ਸਾਰੇ ਹੋਣਗੇ ਕਿਹਦੇ ਉੱਪਰ, ਸਿਰਫ ਤੇ ਸਿਰਫ ਓਪਨ ਇੰਟਰਵਲ ਦੇ ਉੱਪਰ। ਓਪਨ ਇੰਟਰਵਲ ਸਮਝਦੇ ਹੋ ਵੀ ਵੈਲਿਊਜ਼ ਜਿਹੜੀਆਂ ਉਹ ਉਹਨਾਂ ਕੋਈ ਲਿਮਟ ਨਹੀਂ ਹੈਗਾ, ਬਾਉਂਡ ਨਹੀਂ ਹੈਗਾ। ਜਦੋਂ ਮੈਂ ਤੁਹਾਨੂੰ ਕਹਿੰਦਾ ਵੀ ਇੱਥੇ ਇਕੁਅਲ ਦਾ ਸਾਈਨ, ਫਿਰ ਤਾਂ ਕੀ ਹੋਣਾ ਸੀ ਸਿਰਫ ਤੁਸੀਂ 3 ਤੱਕ ਹੀ ਰਹਿ ਜਾਣਾ ਸੀ ਫਿਕਸ। ਉੱਥੇ ਅਸੀਂ ਮੈਂਸ਼ਨ ਕਰ ਦਿੰਦੇ ਹੁੰਦੇ ਵੀ ਚੌਰਸ ਬ੍ਰੈਕਟ, ਜਿੱਥੇ ਓਪਨ ਇੰਟਰਵਲ ਹੁੰਦਾ ਉੱਥੇ ਅਸੀਂ ਗੋਲ ਬ੍ਰੈਕਟ ਯੂਜ਼ ਕਰਦੇ, ਸਕੁਅਰ ਬ੍ਰੈਕਟ ਵੀ ਕਹਿੰਦੇ ਹਾਂ, ਸਕੁਅਰ ਬ੍ਰੈਕਟ। ਇਸ ਤੋਂ ਬਾਅਦ ਆਪਾਂ ਸਟੱਡੀ ਕਰਦੇ ਹੈਗੇ ਅਗਲਾ ਪਾਰਟ ਰਿਵਾਈਜ਼ ਕਰਦੇ ਹਾਂ। ਮੈਂ ਲਾਸਟ ਇਸ ਲਈ ਕਰ ਰਿਹਾ ਵੀ ਕਿਉਂਕਿ ਕੱਲ ਨਾ ਕੁਝ ਸਟੂਡੈਂਟਸ ਦੀ ਜਿਹੜੀ ਕਲਾਸ ਵਿੱਚ ਥੋੜੀ ਜਿਹੀ ਪ੍ਰੋਬਲਮ ਆ ਗਈ ਸੀ। ਇਸ ਤੋਂ ਬਾਅਦ ਆਪਾਂ ਸਟੱਡੀ ਕੀਤਾ ਸੀਗਾ ਸਾਈਜ਼, ਜੇ ਕਹ ਲਓ ਲੈਂਥ 1 ਸੈਕਿੰਡ ਵੀ। ਹਾਂ ਆਪਾਂ ਕਰਿਆ ਸੀਗਾ ਸਾਈਜ਼ ਤੇ ਲੈਂਥ ਆਫ ਨੇਬਰਹੁੱਡ। ਤਾਂ ਉਹ ਅਸੀਂ ਕਿਵੇਂ ਨੋਟ ਕਰਦੇ ਸੀ A ਤੇ B ਦੁਆਰਾ, ਉਹ ਵੀ ਕਿਵੇਂ ਮੋਡ ਲੈ ਕੇ B ਦੇ ਵਿੱਚੋਂ ਕੀ ਕਰ ਦੋ A ਮਾਈਨਸ ਕਰ ਦੋ। ਸੇਮ ਐਗਜ਼ਾਮਪਲ ਦੇ ਨਾਲ ਆਪਾਂ ਸਟੱਡੀ ਕੀਤਾ ਸੀ ਵੀ ਇਹ ਸਾਡਾ 2, ਇਹ 3, ਇਹ 1, ਤੇ ਅਸੀਂ ਸਾਈਜ਼ ਕਿਵੇਂ ਨਿਕਾਲਦੇ ਸੀ ਇਹਦਾ ਵੀ ਸਾਈਜ਼ ਕਿਸ ਤਰ੍ਹਾਂ ਆਉਂਦਾ ਸਾਡੇ ਕੋਲ ਜਿਹੜਾ 3 ਹੈ ਉਹਦੇ ਵਿੱਚੋਂ ਕੀ ਕਰ ਦੋ ਮਾਈਨਸ 1 ਕਰ ਦੋ, 2 ਸਾਈਜ਼ ਆ ਜਾਊਗੇ। ਜਿਹੜੇ ਸਾਡਾ ਨੇਬਰਸ ਨੇ ਉਹਨਾਂ ਦਾ ਸਾਈਜ਼ ਇਹ ਵਾਲਾ 2 ਆ ਜਾਊਗਾ, ਇੰਨਾ ਇਹ ਵਾਲਾ ਪੋਰਸ਼ਨ, ਇਹਨੂੰ ਸਾਈਜ਼ ਬੋਲਦੇ ਅਸੀਂ। ਦੂਜੀ ਚੀਜ਼ ਸਾਡੇ ਕੋਲ ਇਹ ਪੁਆਇੰਟ ਕਿਸ ਤਰ੍ਹਾਂ ਹੋਣਗੇ ਜਿਹੜੇ A ਤੇ B, ਉਹਦੇ ਲਈ ਤੁਹਾਨੂੰ ਪਤਾ ਹੈ 2 ਹੈ ਵੀ 2 ਦੇ ਵਿੱਚ ਕਿੰਨਾ ਐਡ ਕਰੀਏ ਕਿ 3 ਬਣ ਜੇ, ਸਮਾਲ ਵੈਲਿਊ 1। ਇਹ ਮੈਂ ਜ਼ਿਆਦਾ ਤਾਂ ਲੈ ਰਿਹਾ ਵੀ ਤੁਹਾਨੂੰ ਕਲੈਰਿਟੀ ਆ ਜੇ। ਫਿਲਹਾਲ ਇਹ ਪੁਆਇੰਟਾਂ ਦੇ ਵਿੱਚ ਹੁੰਦਾ ਵੀ 0.1 0.2 ਇਸ ਤਰ੍ਹਾਂ, ਲਾਰਜ ਵੈਲਿਊ ਤਾਂ ਰਹਿ ਰਹੇ ਤਾਂ ਕਿ ਤੁਹਾਨੂੰ ਕਨਸੈਪਟ ਕਲੀਅਰ ਹੋ ਜਾਵੇ। ਤਾਂ ਇਹਦੇ ਵਿੱਚ ਵੀ ਆਪਾਂ ਕੀ ਕਰਾਂਗੇ 1 ਐਡ ਕਰ ਦਾਂਗੇ ਤਾਂ ਕਿ ਸੌਰੀ 1 ਇੱਧਰ ਮਾਈਨਸ ਕਰ ਦਾਂਗੇ, ਇੱਧਰ ਪਲੱਸ ਕਰ ਦਾਂਗੇ, ਜਿਹਨੂੰ ਅਸੀਂ C ਕਹਿ ਸਕਦੇ ਹਾਂ। ਉਹ 'ਚ ਅਸੀਂ ਜੇ C ਦੇ ਵਿੱਚ ਡੈਲਟਾ ਪਲੱਸ ਕਰਤਾ ਤਾਂ ਕੀ ਹੋ ਜਾਊਗਾ ਤੁਹਾਡੇ ਕੋਲ ਰਾਈਟ ਵਾਲਾ ਨੇਬਰ ਆ ਜਾਊ। ਜੇ ਤੁਸੀਂ C ਦੇ ਵਿੱਚੋਂ ਡੈਲਟਾ ਮਾਈਨਸ ਕਰਤਾ ਤਾਂ ਉਹ ਕੀ ਆ ਜਾਊਗਾ ਤੁਹਾਡੇ ਕੋਲ ਇੱਕ ਲੈਫਟ ਵਾਲਾ ਨੇਬਰ ਆ ਜਾਊ।
ਜਿਹੜਾ ਨੇਬਰਹੁੱਡ ਪੁਆਇੰਟ ਇਹ ਰਾਈਟ ਵਾਲਾ ਹੈ ਤੇ ਇਹ ਲੈਫਟ ਵਾਲਾ। ਇੱਥੇ ਤੱਕ ਆਪਣਾ ਵੀ ਹੋ ਚੁੱਕਿਆ। ਇੱਕ ਮੈਂ ਤੁਹਾਨੂੰ ਇਹ ਕਿਹਾ ਸੀ ਵੀ ਜਿਹੜੇ ਨੇਬਰਸ ਨੇ ਉਹ ਸਿਮੈਟ੍ਰਿਕ ਹੋਣੇ ਜ਼ਰੂਰੀ ਹੈ। ਮੀਨਸ ਤੁਸੀਂ ਸੀ ਦੇ ਵਿੱਚੋਂ A ਮਾਈਨਸ ਕਰੋ ਜਾਂ ਸੀ ਦੇ ਵਿੱਚੋਂ B ਮਾਈਨਸ ਕਰੋ, ਉਹ ਇਕੁਅਲ ਹੋਣਾ ਚਾਹੀਦਾ ਹੈ। ਫਾਰ ਐਗਜ਼ਾਮਪਲ ਇੱਥੇ ਦੇਖੋ ਵੀ C ਤੁਹਾਡਾ 2 ਹੈ, ਆਪਾਂ ਕਿਹਾ 2 ਦੇ ਵਿੱਚੋਂ 1 ਮਾਈਨਸ ਕਰ ਦਿਓ। ਦੂਜੀ ਸਾਈਡ ਤੁਹਾਡੇ ਕੋਲ ਜਿਹੜਾ C ਹੈ ਉਹਦੇ ਚੋਂ ਆਪਾਂ A ਮਾਈਨਸ ਕੀਤੀ ਹੈ ਨਾ, ਇਹ 1 ਸੀਗੀ 2 ਦੇ ਵਿੱਚੋਂ, ਇਧਰੋਂ ਅਸੀਂ 3 ਮਾਈਨਸ ਕਰ ਦਾਂਗੇ B, ਤਾਂ ਤੁਹਾਡਾ ਆਨਸਰ ਕੀ ਆਊਗਾ? ਦੋਨੋਂ ਸਾਈਡ ਉਹ 1 ਬਣਾਊਗਾ, ਕਿਉਂਕਿ ਅਸੀਂ ਜਦੋਂ ਮੋਡਲਸ ਲੈਣੇ ਵੀ ਤਾਂ ਉਹ ਪੋਜ਼ਿਟਿਵ ਆ ਜਾਂਦਾ। ਤਾਂ ਇਹ ਸੀ ਆਪਣਾ ਲਾਸਟ ਪਾਰਟ। ਹੁਣ ਅਸੀਂ ਅਗਲਾ ਪਾਰਟ ਜਿਹੜਾ ਉਹ ਸਟੱਡੀ ਕਰਦੇ ਹਾਂ ਵੀ ਲੈਫਟ ਨੇਬਰ ਤੇ ਰਾਈਟ ਨੇਬਰ ਕੀ ਹੁੰਦਾ ਹੈਗਾ। ਇਹ 'ਚ ਆਪਾਂ ਕਿਹਾ ਵੀ ਇੱਕ ਕਰੇ ਡਿਲੀਟਡ ਨੇਬਰ। ਡਿਲੀਟਡ ਦਾ ਮੀਨਸ ਕੀ ਹੁੰਦਾ ਵੀ ਤੁਹਾਡਾ ਜਿਹੜਾ ਨੇਬਰ ਪੁਆਇੰਟ ਹੈ C ਦਾ, ਹੋ ਸਕਦਾ ਵੀ ਤੁਸੀਂ, ਮੈਂ ਤੁਹਾਨੂੰ ਕਹਿੰਦਾ ਨੇਬਰ ਚੂਜ਼ ਕਰਨਾ ਹੈ ਤਾਂ ਤੁਸੀਂ A ਨੂੰ ਵੀ ਸਿਲੈਕਟ ਕਰ ਸਕਦੇ ਹੋ ਤੇ B ਨੂੰ ਵੀ ਸਿਲੈਕਟ ਕਰ ਸਕਦੇ ਹੋ। ਤਾਂ ਉੱਥੇ ਕੀ ਹੁੰਦਾ ਵੀ ਹੁਣ ਜਦੋਂ ਮੈਂ ਤੁਹਾਨੂੰ ਕਹਿੰਦਾ ਵੀ C ਦਾ ਨੇਬਰ ਪੁਆਇੰਟ ਦੱਸੋ, ਤਾਂ ਤੁਹਾਡੇ ਕੋਲ ਚੋਇਸ ਹੈਗੀ ਨਾ ਵੀ ਅਸੀਂ A ਮੈਂਸ਼ਨ ਕਰੀਏ ਹੁਣ ਜਾਂ B ਕਰੀਏ। ਜੇ ਮੈਂ ਤੁਹਾਨੂੰ ਕਿਹਾ ਸੀ ਚੋਇਸ ਆ ਜਾਂਦੀ ਹੈ ਤਾਂ ਆਪਣੇ ਕੋਲੇ ਕਨਸੈਪਟ ਕਿਹਦਾ ਤਿਆਰ ਹੋ ਜਾਂਦਾ ਹੈਗਾ? ਯੂਨੀਅਨ ਦਾ। ਤਾਂ ਆਪਾਂ ਕੀ ਕਰ ਸਕਦੇ ਹਾਂ ਹੁਣ, ਜਾਂ ਤਾਂ ਇਹਨੂੰ ਮੈਂਸ਼ਨ ਕਰ ਸਕਦੇ ਵੀ A ਤੇ C, ਜਾਂ ਫਿਰ ਸੈਕੰਡ ਵੇ ਕੀ ਹੈ ਵੀ ਅਸੀਂ C ਤੇ B ਪੁਆਇੰਟ ਜਿਹੜਾ ਉਹ ਨੇਬਰ ਐਕਸਪਲੇਨ ਕਰ ਦਈਏ। ਤਾਂ ਇਸ ਲਈ ਸਾਡੇ ਕੋਲ ਜਿਹੜਾ ਚੋਇਸ ਬਣ ਗਈ ਤਾਂ ਅਸੀਂ ਉਹਦਾ ਇੰਟਰਵਲ ਕਿਸ ਤਰ੍ਹਾਂ ਮੈਂਸ਼ਨ ਕਰਾਂਗੇ? A ਤੋਂ C, C ਤੋਂ B। ਇਹ ਉਸੇ ਤਰ੍ਹਾਂ ਹੀ ਹੈ ਵੀ 2 3 1, ਜਦੋਂ ਤੁਸੀਂ 1 ਤੇ 2 ਪੁਆਇੰਟ ਲੈ ਸਕਦੇ ਹੋ ਨੇਬਰ ਵਾਲਾ, ਜਾਂ ਫਿਰ 2 ਤੇ 3 ਲੈ ਸਕਦੇ ਇਸ ਵੀ। ਇਸ ਤੋਂ ਬਾਅਦ ਮੈਂ ਨੈਕਸਟ ਪਾਰਟ, ਇਹ ਲਾਸਟ ਵਾਲਾ ਵੀ ਮੈਂ ਤਾਂ ਨਹੀਂ ਕੰਟੀਨਿਊ ਰੱਖ ਰਹੇ ਹਾਂ ਲਗਾਤਾਰ, ਕਿਉਂਕਿ ਆਪਾਂ ਇਹ ਰਿਵਾਈਜ਼ ਕਰ ਰਹੇ ਹਾਂ ਤਾਂ ਕਿ ਤੁਹਾਨੂੰ ਕਲੈਰਿਟੀ ਰਵੇ ਇਸ 'ਚ। ਉਸ ਤੋਂ ਬਾਅਦ ਆਪਾਂ ਸਟੱਡੀ ਕੀਤਾ ਵੀ ਸਾਡਾ ਨੇਬਰ ਜਿਹੜਾ ਉਹ ਲੈਫਟ ਵਾਲਾ ਵੀ ਅਸੀਂ ਚੂਜ਼ ਕਰਦੇ ਹਾਂ ਤੇ ਇੱਕ ਰਾਈਟ ਵਾਲਾ। ਜਾਂ ਤਾਂ ਅਸੀਂ ਨੇਬਰ ਜਿਹੜਾ ਸਾਡਾ ਗੁਆਂਢੀ ਉਹ ਕਿਹੜਾ ਯੂਜ਼ ਕਰਾਂਗੇ ਆਪਾਂ? ਲੈਫਟ ਵਾਲਾ, ਜਾਂ ਫਿਰ ਕਿਹੜਾ ਯੂਜ਼ ਕਰਾਂਗੇ? ਇਹ ਸਾਡਾ ਆਪਦਾ ਹਾਊਸ ਆ ਗਿਆ ਤੇ ਰਾਈਟ ਵਾਲਾ। ਜੇ ਤੁਸੀਂ ਯੂਜ਼ ਕਰਾਂਗੇ ਲੈਫਟ ਨੇਬਰ ਤਾਂ ਧਿਆਨ ਰੱਖਿਓ ਤੁਹਾਡਾ ਇੰਟਰਵਲ ਜਿਹੜਾ ਉਹ C ਤੇ ਕੀ ਹੋ ਜਾਊਗਾ? ਕਲੋਜ਼ ਹੋ ਜਾਊਗਾ, ਯਾਨੀ ਕਿ 2 ਤੇ ਤੁਹਾਡਾ ਓਪਨ ਇੰਟਰਵਲ ਕਿਹਦੇ ਰਹੂਗਾ? 1 ਤੇ, ਯਾਨੀ ਕਿ A ਤੇ। ਇੱਥੇ ਤੁਹਾਡਾ ਇੰਟਰਵਲ ਕਲੋਜ਼ ਹੋ ਜਾਊਗਾ। ਤਾਂ ਤੁਹਾਨੂੰ ਪਤਾ ਵੀ ਹੁਣ ਸਾਡੇ ਕੋਲ ਇਹ ਵਾਲਾ ਜਿਹੜਾ A ਪੁਆਇੰਟ ਕਿਵੇਂ ਆਊਗਾ? C ਤਾਂ ਹੈਗੀ ਹੈਗਾ, A ਕਿਵੇਂ ਆਊਗਾ? 2 ਦੇ ਵਿੱਚੋਂ 1 ਮਾਈਨਸ ਕਰੋਗੇ ਨਾ ਫਿਰ ਹੀ ਆਊਗਾ। ਤਾਂ ਉਸੇ ਤਰ੍ਹਾਂ ਹੀ C ਦੇ ਵਿੱਚੋਂ ਆਪਾਂ ਕੀ ਮਾਈਨਸ ਕਰ ਦਾਂਗੇ? A। ਇਸ ਤਰ੍ਹਾਂ ਤੁਹਾਡੇ ਕੋਲ A ਦੀ ਥਾਂ ਤੇ ਆਪਾਂ ਕੀ ਯੂਜ਼ ਕਰਾਂਗੇ ਤੇ ਸੌਰੀ ਡੈਲਟਾ। ਡੈਲਟਾ ਕੀ ਇੱਕ ਸਮਾਲ ਵੈਲਿਊ ਹੈ ਜਿਹੜੀ ਅਸੀਂ 2 ਦੇ ਵਿੱਚੋਂ ਮਾਈਨਸ ਕਰਕੇ ਆਬਟੇਨ ਕਰਦੇ ਹੈਗੇ ਜਿਹੜਾ A ਪੁਆਇੰਟ। A ਕਿੰਨਾ? 1। ਜੇ ਅਸੀਂ ਰਾਈਟ ਆਬਟੇਨ ਕਰਨਾ ਹੈ ਤਾਂ ਉਹਦੇ ਲਈ ਇਹ 2 ਆ ਗਿਆ 3, ਉਹ 'ਚ ਕਿੰਨਾ ਡੈਲਟਾ ਪਲੱਸ ਕਰ ਦਿਓ 2 'ਚ, ਉਹ ਡੈਲਟਾ ਦੀ ਜਗ੍ਹਾ ਤੇ ਆਪਾਂ 1 ਯੂਜ਼ ਕਰ ਰਹੇ ਹਾਂ ਤਾਂ ਇੱਥੇ ਕੀ ਆ ਜਾਊਗਾ ਤੁਹਾਡੇ ਕੋਲ? C ਤੇ C ਪਲੱਸ ਡੈਲਟਾ। ਇਹਦਾ ਤੁਹਾਡਾ ਰਾਈਟ ਨੇਬਰ ਆ ਗਿਆ ਤੇ ਇਹ ਵਾਲਾ ਲੈਫਟ ਆ ਗਿਆ। ਜੇ ਅਸੀਂ ਵਨ ਸਾਈਡਡ ਨੇਬਰਹੁੱਡ ਜਿਹੜੇ ਉਹ ਕਹਿ ਸਕਦੇ। ਨੈਕਸਟ ਦੇਖੋ, ਇੱਕ ਕਿਤੇ ਸਕਰੀਨਸ਼ਾਟ ਲੈਣਾ ਹੁੰਦਾ ਤਾਂ ਦੱਸ ਦਿਆ ਕਰੋ। ਅੱਜ ਆਪਣਾ ਜਿਹੜਾ ਨਵਾਂ ਕਨਸੈਪਟ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ। ਇਹ ਹੈਗਾ ਆਪਣੇ ਕੋਲੇ ਤੁਹਾਡਾ ਮੈਥ ਦੇ ਉੱਪਰ ਆਰਟੀਕਲ ਨੰਬਰ 3, ਮੀਨਿੰਗ ਆਫ x ਅਪਰੋਚਸ ਟੂ A। ਵੀ x ਜਿਹੜਾ ਉਹ ਕਿਹਨੂੰ ਅਪਰੋਚ ਕਰ ਰਹੇਗਾ? A ਨੂੰ। ਵੀ ਇਹਦਾ ਮੀਨਿੰਗ ਕੀ ਹੁੰਦਾ?
ਆਪਾਂ ਕਹਿੰਦੇ ਇਹਨੂੰ ਅਪਰੋਚ ਕਰਦਾ। ਅਪਰੋਚ ਦਾ ਮੀਨਿੰਗ ਕੀ ਹੁੰਦਾ ਹੈ, ਇਹ ਆਪਾਂ ਕਲੀਅਰ ਕਰਨਾ ਅੱਜ। ਪਹਿਲਾਂ ਤੁਹਾਡੇ ਵਿੱਚੋਂ ਮੈਨੂੰ ਇੱਕ ਚੀਜ਼ ਦੱਸੋ ਵੀ ਕੰਟੀਨਿਊਟੀ ਦਾ ਕਨਸੈਪਟ ਸਭ ਨੂੰ ਥੋੜਾ ਬਹੁਤਾ ਕਲੀਅਰ ਹੈ ਜਾਂ ਨਹੀਂ? ਉਹਦੇ ਅਕੋਰਡਿੰਗ ਤੁਹਾਨੂੰ ਥੋੜਾ ਐਕਸਪਲੇਨ ਕਰਾਂ। क्लियर है तो सी टाइप कर दो कॉन्टिन्यूटी का कंसेप्ट, लेफ्ट लिम्ट राइट लिम्ट। नहीं फिर मैंने एन टाइप कर दो, मैं उसके अकॉर्डिंग फिर मैं एक्सप्लेन करना। ਤੁਸੀਂ ਵੀ ਧਿਆਨ ਲਿਓ, ਤੁਸੀਂ +2 ਕਲਾਸ ਦੇ ਵਿੱਚ, ਠੀਕ ਹੈ ਵੀ ਗੁਰਪ੍ਰੀਤ, ਬਾਕੀਆਂ ਨੂੰ ਵੀ ਜਿਹਨੂੰ ਆਪਾਂ ਗ੍ਰਾਫਿਕਲੀ ਸਮਝਣਾ ਹੋਵੇ ਨਾ ਕੰਟੀਨਿਊਟੀ ਕੀ ਹੁੰਦੀ ਸੀ। ਮੰਨ ਲਓ ਤੁਹਾਡੇ ਇੱਥੇ ਮੈਂ ਗ੍ਰਾਫ ਪਲਾਟ ਕਰਦਾ ਇਹ ਵਾਲਾ, ਓਕੇ ਬੱਚੇ, ਲਵਪ੍ਰੀਤ ਬਾਕੀ ਵੀ थोड़ा पार्टिसिपेट कर लिया करो भी ताकि मैंने क्लैरिटी हो। हाँ भी ध्यान दिओ भी कंटिन्यूटी की होती है। मान लो तुहाडा ये कोई एक्स वैल्यू जो तुसीं उहदे विच थोड़ा जिहा जस्ट लिटिल ऐड करो एच वैल्यू, जब तुसीं उहदे विच जस्ट थोड़ा जिहा माइनस करो माइनस एच, तां की होवे तुहाडे कोल इत्थे लिमिट दी वैल्यू अप्रोक्सीमेटली की मिले सेम, तां आपां उहनूं की बोल दिंदे सी फंक्शन नूं की है वो साडे फंक्शन तुहाडा कंटीन्यूअस, यानी कि असीं राइट वाला लिमिट यूज़ किया जां एच दे चों माइनस करके लैफ्ट वाला लिमिट यूज़ किया एक्स दे अबाउट, तां की मिले सानूं सेम वैल्यू दिंदा सी, उहनूं असीं बोल दिंदे सी फंक्शन तुहाडा कंटीन्यूअस। तां इत्थे अप्रोच दा मीनिंग की हुंदा हैगा भी आपां कहदा एक्स साइड वो अप्रोच किहनूं करदी है ए नूं, यानी कि वो ए दे इक्वल नहीं हैगी। अप्रोच करने का मीनिंग ये होंदा है भी वो इक्वल नहीं हैगी। जे मान लो तुहाडे कोल इधर 1.99 है, ये अप्रोच किहनूं करदा अप्रोक्सीमेटली 2, बट सानूं पता है आपस विच की है इक्वल नहीं है, अप्रोच कर रहे हैं बट इक्वल नहीं है। ये चीज़ होती है जिवें अपने कोले राइट साइड ते आपां यूज़ कर लिया ये लैफ्ट ते आ गया ना, उसी तरह इसी राइट ते की यूज़ कर लिया भी 2.1, तो ये भी की है ये इक्वल, ये मान लो किनू अप्रोच कि नेड़े तेड़े मिल रहे सन 2 दे, बट प्रॉब्लम की आ रही है भी ये इक्वल नहीं है। बस ये फंडा तुहाडा अप्रोच का, जो साडा फंक्शन किते भी अप्रोच करता है तो तुहाडे कोल एक ध्यान रखियो उत्ते डेफिनेशन आ जांदी हुंदी है, तो तुसीं लिखनी ही हुंदा भी जो साडी एक्स साइड वो ए नूं अप्रोच करूँ, उसका मीनिंग ये है कि एक्स कदे भी इक्वल ए दे नहीं हो सकता। उस एग्जाम्पल तो क्लीयर हो गया होना इस वाली तो। उस तो बाद जो साडा एक्स ए नूं अप्रोच कर रहा है तो उत्थे की होगा देयर एग्जिस्ट अ पॉजिटिव नंबर, एक पॉजिटिव नंबर एग्जिस्ट करूगा किहड़ा डेल्टा, जिहड़ा कि 0 तो थोड़ा जिहा की होगा वड्डा होगा। ਹੁਣ ਤੁਸੀਂ ਇਹਦਾ डिफरेंस लैके देखोगे 2 ਦੇ ਵਿੱਚ जो ਤੁਸੀਂ माइनस करोगे 1.99 ਤਾਂ ਕੀ ਆ ਜਾਊਗਾ ਤੁਹਾਡੇ ਕੋਲ ਇੱਥੇ ਵੀ 0.01 ਸਮਥਿੰਗ, ਤਾਂ ਇਹ ਕੀ ਹੈ ਤੁਹਾਡਾ ਡੈਲਟਾ। ਇਹ ਡੈਲਟਾ ਦੇਖੋ 0 ਤਾਂ ਨਹੀਂ ਹੈਗਾ, 0 ਤੋਂ ਜਸਟ ਥੋੜੇ ਜਿਹੇ ਕੀ ਹੈ ਲਾਰਜ ਵੈਲਿਊ ਹੈ। ਇਹ ਜਦੋਂ ਐਡਜਸਟ ਕਰੂ ਤਾਂ ਤੁਹਾਡਾ ਜਿਹੜਾ ਲਿਮਟ ਦਾ ਪੁਆਇੰਟ ਹੈ ਉਸ ਨੂੰ ਕੀ ਮਿਲੂਗਾ, ਜਾਂ ਤਾਂ ਜੇ ਅਸੀਂ ए ਨੂੰ ਅਪਰੋਚ ਕਰਾ ਰਹੇ ਹਾਂ ਤਾਂ ਚੋ ਜੇ ਤਾਂ ਅਸੀਂ ਲੈਫਟ ਸਾਈਡ ਤੇ ਦੇਖਾਂਗੇ ਥੋੜਾ ਜਿਹਾ ए ਚੋਂ ਕੀ ਕਰ ਦਾਂਗੇ ਮਾਈਨਸ ਕਰ ਦਾਂਗੇ, ਰਾਈਟ ਵੱਲ ਦੇਖਾਂਗੇ ਤਾਂ ਥੋੜਾ ਜਿਹਾ ਉਹ 'ਚ ਕੀ ਕਰ ਦਾਂਗੇ प्लस कर देंगे। फॉर एग्जाम्पल इतने 2 है, ये लैफ्ट साइड पे देखो तो डेल्टा माइनस कर दो 0.01 तो कितना तुहाडे कोल 0.99। जे तुसी राइट साइड ते देखोगे दे जिहड़ा पॉइंट जो अप्रोच कर रहे हैं तो उहदे विच तुसी इहनूं ऐड कर दो डेल्टा पॉइंट कितना आ जाऊगा भी 0.1।
कुछ स्टूडेंट्स की क्लास डिसकनेक्ट ते कनेक्ट हो रही है बार बार। कोई नहीं बच्चे जिहदी प्रॉब्लम आ रही है ना रिकॉर्डिंग देख लियो, ठीक है। हाँ ये देख लो कोई डाउट है तो मैं क्लीयर करा तुहानूं भी तो अप्रोच का मीनिंग पता लग गया भी लैफ्ट से वैल्यू देखा तो वो डेल्टा थोड़ी वैल्यू माइनस कर देंगे, राइट वाल देखनी तो आप थोड़ी जी की कर देंगे प्लस कर देंगे। बट ये दोनों है कि बिल्कुल क्लोज अपने को एक टू दे तो ये होंगे भी अप्रोच का मीनिंग। दसो भी क्लीयर है तो बच्चे सीट नहीं फिर अदरवाइज डाउट है तो मैंने पूछो दोबारा। फिर आप मोस्ट इंपॉर्टेंट टॉपिक वाल बढ़ते हैं, लिमिट ऑफ ए फंक्शन जिस आप डेल्टा ते एप्सिलॉन का मीनिंग क्लीयर करा। हाँ भाई डियर वंस क्लियर है। लवप्रीत रिपीट करना बच्चे, ओके कुछ को क्लियर आ गया। ओके बच्चे कुलवीर ठीक है दस ने आप मेन ही देखो भी मैं तुम्हें अप्रोच का मीनिंग ये दसिया सी कि तुहाडे कोल कोई भी वैल्यू होवे सी ਉਹਦੇ ਵਿੱਚ ਤੁਸੀਂ थोड़ा ਜਿਹਾ प्लस करो तो ਤੁਸੀਂ किधर पहुंचोगे लैफ्ट साइड ਤੇ थोड़ा ਜਿਹਾ माइनस करो तो इधर राइट साइड ਤੇ आ जाओगे इधर लैफ्ट साइड। बट ਇਹਦੀਆਂ वैल्यूज ਦੇ ਵਿੱਚ ਤੁਸੀਂ थोड़ा ਜਿਹਾ माइनस करांगे मुल कोई भी ये दोनों मुल अप्रोच किनू कर रहे होंगे उस टाइम पे सी यानी कि ਤੁਹਾਡਾ ਜਿਹੜਾ ਮੁੱਲ ਹੈ ਕੋਈ ਵੀ ਜਿਵੇਂ 1.99 है ये बिल्कुल किहदे क्लोज चल रहा है 2 ਦੇ ਜਿਹੜਾ ਇਹ ਵਾਲਾ ਉਹ ਵੀ ਕਿਹਦੇ क्लोज चल रहा है बिल्कुल 2 ਦੇ मतलब मुल ਤੁਹਾਡਾ कोई भी वैल्यू है ना वो बिल्कुल क्लोज होनी चाहिए नेड़े तेड़े ये मीनिंग होता अप्रोच का मतलब ज़्यादा फर्क नहीं होगा सिर्फ एक स्मॉल आप कह सकते हैं भी डिफरेंस हो जो वो की होगा वैरी स्मॉल बट वैरी स्मॉल डिफरेंस आप लवेंगे पॉइंट्स के विचकार उस की बोलना है डेल्टा ये चीज़ मेन है। चलो इस तो बाद आप लिमिट ऑफ ए फंक्शन वाल शिफ्ट कर दें ਤੁਹਾਡੇ ਵਿੱਚੋਂ भी सारे क्लीयर है डोमेन वट इज रेंज पढ़िया होना थोड़ा बहुत पहला एक ध्यान रखियो भी क्लैरिटी रखियो मैंने थोड़ी आ रहा है जैस नहीं आ रहा बस नो ताकि मैं उन्होंने कंसैप्ट में उस तरीके नाल करवाऊँ। ਹੁਣ ਆਪਾਂ ਲਿਮਟ ਆਫ ए फंक्शन करना भी ਤੁਹਾਨੂੰ पता नहीं भी हर एक चीज़ की लिमिट होंगी है लिमिट तो बाद आप नहीं कर सकते ਹੁਣ ਜਿਵੇਂ ਤੁਹਾਡੀ क्लास है ये भी एक लिमिट है आप लिमिट तो बाद नहीं जा सकते उस तो बाद आप एक खाना खाने हैं देखो किन्ने साडा प्रैक्टिकल लाइफ के नाल जुड़िया होया पार्ट जिहड़ा आप स्टडी करते हैं बस एक ये भी मैथ च असीं एक लिमिट नूं स्टडी करते हैं बोरिंग लगती है पर लिमिट देखो अपने किन्ने थां ते काम आउंदी है भी आप खाना खा रहे हैं तो भी एक लिमिट दे विच रह के खाना पैंदा जे उस तो ओवर करांगे तो नुकसान ही होंगे। उस तो बाद जे आप देखिए भी एक स्पीड की भी एक लिमिट होंगी है वो लिमिट नूं आपां क्रॉस नहीं कर सकते। हाँ थोड़ा बहुता अगे पिछे हो सकता मुल जिवें तुहाडी कह दो भी रोड है वो 60 की स्पीड उत्ते मैंशन है भी तुसीं रखनी है तो तुसीं कर सकते हो 50 उतों 1 तो घटा भी सकते हो तो 1 तो बढ़ा भी सकते 59 भी कर सकते हो 61 भी कर सकते हो थोड़ा कर सकते हो पर लिमिट तो ज़्यादा क्रॉस नहीं कर सकते तो जो आप थोड़ा जहा घटा लें या थोड़ा जहा बढ़ा लें उस साढ़े को लिमिटां तैयार हो जाएंगे दो लैफ्ट तो राइट जिवें तुहाडा फूड खाण का कह लो लिमिट की है भी हाफ KG है एक सिंगल टाइम से तुसीं हाफ KG के मान लो 500 ग्राम है भी हो सकता तुसीं 505 ग्राम खा लो हो सकता भी 490 ग्राम खा लो पर एक लिमिट के है तो नेड़े हो या लैफ्ट से या
ਰਾਈਟ ਤੇ। ਹਾਂ ਜੇ ਤੁਸੀਂ 1 kg ਤੱਕ ਪਹੁੰਚੋਗੇ ਫਿਰ ਤੁਹਾਨੂੰ ਵਧੀਆ ਵੀ ਲਿਮਟ ਕ੍ਰੋਸ ਕਰਨ ਦਾ ਕੀ ਨਤੀਜਾ ਜਿਹੜਾ ਉਹ ਨਿਕਲ ਸਕਦਾ ਹੈ। ਚਲੋ ਵੀ ਹੁਣ ਆਪਾਂ ਕਰਦੇ ਹਾਂ ਲਿਮਟ ਆਫ ਏ ਫੰਕਸ਼ਨ। ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਕਲੀਅਰ ਕਰੂੰਗਾ, ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਮੇਰੇ ਖਿਆਲ ਕਾਫੀ ਚੀਜ਼ ਘੁੰਮਦੀ ਰਹਿੰਦੀ ਵੀ ਇਹ ਕੀ ਹੈ। ਐਪਸਾਈਲਨ ਵੀ ਯੂਜ਼ ਕਰ ਲੈਂਦੇ ਹਾਂ ਅਸੀਂ, ਡੈਲਟਾ ਵੀ ਯੂਜ਼ ਕਰ ਲੈਂਦੇ ਹਾਂ, ਵੀ ਹੈ ਕੀ ਚੀਜ਼, ਕਿੱਥੇ ਯੂਜ਼ ਕਰਦੇ ਹਾਂ, ਕਿਉਂ ਕਰਦੇ ਹਾਂ ਅਸੀਂ, ਕੀ ਰਿਲੇਸ਼ਨ ਨੇ ਇਹਨਾਂ ਦੇ ਆਪਸ ਵਿੱਚ। ਤਾਂ ਲਿਮਟ ਤਾਂ ਕਲੀਅਰ ਹੋ ਗਈ ਉਹ ਤੁਹਾਨੂੰ ਵੀ ਆਪਾਂ ਨੂੰ ਕਿਸੇ ਫੰਕਸ਼ਨ ਦੀ ਦਿੱਤੀ ਹੁੰਦੀ ਹੈ। ਇਹਨੂੰ ਆਪਾਂ ਥੋੜਾ ਜਿਹਾ ਗ੍ਰਾਫਿਕਲੀ ਲੈ ਕੇ ਚੱਲਾਂਗੇ, ਪਰ ਉਹ ਤੋਂ ਪਹਿਲਾਂ ਇੱਕ ਮੈਂ ਥੋੜੀ ਡੈਫੀਨੇਸ਼ਨ ਤੁਹਾਨੂੰ ਦੱਸਦਾ ਵੀ ਲਿਮਟ ਦੀ ਕੀ ਹੁੰਦੀ ਹੈ। ਇੱਥੇ ਧਿਆਨ ਰੱਖਿਓ ਕਿਉਂਕਿ ਡੈਫੀਨੇਸ਼ਨ ਤੋਂ ਬਾਅਦ ਹੀ ਕਨਸੈਪਟ ਦੀ ਕਲੈਰਿਟੀ ਹੁੰਦੀ ਹੈ। ਲਿਮਟ ਕੀ ਹੁੰਦਾ ਹੈਗਾ ਵੀ ਕਿਸੇ ਟੂ ਈਚ ਮਤਲਬ ਹਰੇਕ ਜਿਹੜਾ ਆਪਣੇ ਕਹਿ ਸਕਦੇ ਵੀ ਐਪਸਾਈਲਨ ਜਿਹੜਾ ਸਾਡੇ ਕੋਲੇ ਗ੍ਰੇਟਰ ਦੈਨ 0 ਰਹਿਣਾ ਚਾਹੀਦਾ ਹਰੇਕ ਲਿਮਟ ਵਾਸਤੇ। ਇਹ ਧਿਆਨ ਚ ਰੱਖਿਓ ਤੁਹਾਡਾ ਜਿਹੜਾ ਐਪਸਾਈਲਨ ਹੈ ਉਹ 0 ਤੋਂ ਕੀ ਹੋਣਾ ਚਾਹੀਦਾ ਹੈਗਾ, ਗ੍ਰੇਟਰ ਹੋਣਾ ਚਾਹੀਦਾ ਹੈ। ਨਹੀਂ ਆਪਣਾ ਜਿਹੜਾ ਫੰਕਸ਼ਨ ਹੈ ਉਹਦੀ ਲੈਫਟ ਤੇ ਰਾਈਟ ਲਿਮਟ ਉਹਦੇ ਵਿੱਚ ਆਪਾਂ ਨੂੰ ਕੋਈ ਕਲੈਰਿਟੀ ਜਿਹੜੀ ਉਹ ਨਹੀਂ ਆਉਂਦੀ। ਤਾਂ ਆਪਾਂ ਇਹ ਡੈਫੀਨੇਸ਼ਨ ਕੀ ਲਿਖਾਂਗੇ, ਇੱਕ ਫੰਕਸ਼ਨ f(x) ਹੈ, ਇਹਨੂੰ ਆਪਾਂ ਕੀ ਕਹਾਂਗੇ, ਸੈਟ ਟੂ have a limit। ਆਪਾਂ ਨੂੰ ਕੀ ਕਹਿ ਸਕਦੇ ਹਾਂ, ਇੱਕ ਲਿਮਿਟ ਕਹਿ ਸਕਦੇ ਹਾਂ L ਜਿਹੜਾ ਇਹ ਹੈ ਵਿੱਚ x ਫੰਕਸ਼ਨ ਹੈ ਉਹ ਕੀ ਕਰਦਾ ਹੈ, a ਨੂੰ ਅਪਰੋਚ ਕਰਦਾ ਹੈ। ਇੱਕ ਤਾਂ ਨਾ ਡੈਫੀਨੇਸ਼ਨ ਦੇ ਕੇ ਦੇਖ ਤੁਹਾਨੂੰ ਪਹਿਲੀ ਮੇਰੇ ਖਿਆਲ ਟੈਨਸ਼ਨ ਹੋਣ ਲੱਗ ਜਾਂਦੀ ਹੈ। ਮੈਂ ਤੁਹਾਨੂੰ ਐਗਜ਼ਾਮਪਲ ਸਿੰਪਲ ਐਗਜ਼ਾਮਪਲ ਦੇ ਥਰੂ ਕਲੀਅਰ ਕਰੂੰਗਾ ਵੀ ਫੰਕਸ਼ਨ ਹੈ ਉਹਦੀ ਆਪਾਂ ਲਿਮਟ ਲੈ ਕੇ ਚੱਲੋਗੇ ਕੋਈ L ਜਿਹੜਾ x ਅਪਰੋਚ ਕਰ ਰਿਹਾ ਹੈਗਾ a ਪੁਆਇੰਟ ਨੂੰ। L ਤੁਹਾਡਾ ਸੋਲਵ ਕਰਨ ਤੋਂ ਬਾਅਦ ਵਾਲਾ ਆਨਸਰ ਹੈ ਜਿਹੜਾ ਤੁਹਾਨੂੰ ਇਕੁਅਲ ਦੇ ਵਿੱਚ ਲਿਖਿਆ ਹੁੰਦਾ। ਜਿਵੇਂ ਤੁਸੀਂ ਸਮ ਥੋੜੇ ਬਹੁਤੇ ਦੇਖੇ ਹੋਣੇ ਵੀ ਲਿਮਿਟ x ਅਪਰੋਚਸ ਟੂ 2, ਇਹ 2 ਤਾਂ ਤੁਹਾਡਾ a ਹੈ, ਇੱਥੇ ਲਿਖਿਆ ਪਿਆ ਹੁੰਦਾ ਨਾ 4x ਮਾਈਨਸ 5 ਜਾਂ ਇਕੁਅਲ ਟੂ 3, ਇਹ 3 ਤੁਹਾਡਾ ਕੀ ਹੈਗਾ L ਹੈ, ਇਹ ਫੰਕਸ਼ਨ ਹੈ, ਇਹ ਤੁਹਾਡਾ ਕੀ ਹੋਇਆ ਕਰੂਗਾ a ਹੋਇਆ ਕਰੂਗਾ। ਥੋੜਾ ਐਗਜ਼ਾਮਪਲ ਨਾਲ ਤੁਹਾਨੂੰ ਧਿਆਨ ਚ ਰਹੂਗਾ ਵੀ ਵਾਕਈ ਸਾਡਾ ਕੀ ਚੀਜ਼ ਜਿਹੜੀ ਸਾਨੂੰ ਮੈਂਸ਼ਨ ਹੋਈ। ਤਾਂ ਉੱਥੇ ਇੱਕ ਇਹ ਚੀਜ਼ ਅਸੀਂ ਲਾ ਕੇ ਉੱਥੇ ਮੈਂਸ਼ਨ ਕੀ ਕਰਾਂਗੇ ਵੀ ਜੋ ਸਾਡੇ ਕੋਲ ਜਿਹੜਾ ਲਿਮਟ ਜਦੋਂ ਅਸੀਂ ਲਵਾਂਗੇ x ਅਪਰੋਚਸ ਟੂ a ਤੇ ਸਾਡਾ ਫੰਕਸ਼ਨ ਜਿਹੜਾ ਉਹ ਕਿਹਦੇ ਕੋਲ ਆ ਗਿਆ L ਦੇ। ਇਹ ਕਿਦੋਂ ਆਉਣਾ ਹੈਗਾ, ਯਾਨੀ ਕਿ ਤੁਸੀਂ ਫੰਕਸ਼ਨ ਦੇ ਵਿੱਚ ਲਿਮਟ ਜਦੋਂ a ਨੂੰ ਅਪਰੋਚ ਕਰਵਾਓਗੇ ਉਹ L ਆਊਗੀ ਸੋਲਵ ਕਰਕੇ, ਕਿਸ ਸ਼ਰਤ ਤੇ, ਕਿਸ ਕੰਡੀਸ਼ਨ ਤੇ, ਜੇਕਰ ਤੁਸੀਂ ਫੰਕਸ਼ਨ ਦੇ ਵਿੱਚੋਂ ਉਹ ਵਾਲੀ ਵੈਲਿਊ ਨੂੰ ਮਾਈਨਸ ਕੀਤਾ ਤੇ ਉਹ ਤੁਹਾਡਾ ਪੂਰੇ ਦਾ ਪੂਰਾ ਪਾਰਟ ਕੀ ਰਹਿ ਗਿਆ ਲੈਸ ਦੈਨ ਐਪਸਾਈਲਨ। ਹੁਣ ਐਪਸਾਈਲਨ ਤੁਹਾਨੂੰ ਦੱਸ ਦਿੱਤਾ ਵੀ ਇੱਕ 0 ਤੋਂ ਥੋੜੀ ਜੀ ਗ੍ਰੇਟਰ ਜਿਹੜੀ ਉਹ ਵੈਲਿਊ। ਇਹ ਉਹ ਡੈਫੀਨੇਸ਼ਨ ਹੈ ਵੀ ਜਿਹੜੀ ਸਭ ਤੋਂ ਵੱਧ ਤੁਹਾਡੇ ਕੰਮ ਆਉਣੀ ਇਹ ਵਾਲੀ। ਤੈਨੂੰ ਹੁਣ ਤੁਹਾਨੂੰ ਗ੍ਰਾਫ ਰਾਹੀਂ ਥੋੜਾ ਜਿਹਾ ਇੰਡੀਕੇਟ ਕਰਦਾ। ਅੱਜ ਜੇ ਤੁਸੀਂ ਇਹ ਸਮਝ ਗਏ ਵੀ ਐਪਸਾਈਲਨ ਡੈਲਟਾ ਕੀ ਹੈ ਫਿਰ ਆਪਾਂ ਨੂੰ ਬਹੁਤ ਈਜ਼ੀ ਹੋ ਜਾਊ। ਇਹ ਤੁਹਾਡਾ ਗ੍ਰਾਫ ਹੈ ਵੀ ਇੱਥੇ ਮੈਂ ਇੱਕ ਫੰਕਸ਼ਨ ਲੈ ਕੇ ਚੱਲਦਾ ਵੀ f(x) ਇਕੁਅਲ ਟੂ 2x। ਇਹ ਫੰਕਸ਼ਨ ਆਪਣੇ ਕੋਲ, ਇਹਨੂੰ ਆਪਾਂ y ਵੀ ਤਾਂ ਲੈ ਸਕਦੇ ਹਾਂ ਨਾ, y ਇਕੁਅਲ ਟੂ 2x ਜਿਵੇਂ +2 ਕਲਾਸ ਦੇ ਵਿੱਚ ਕਰਦੇ ਸੀ ਉਸੇ ਤਰ੍ਹਾਂ। ਇਹਦੇ ਤੁਹਾਡੇ ਕੋਲ ਕਿਹੜੀਆਂ ਵੈਲਿਊਜ਼ ਹੋਣਗੀਆਂ, ਕਿਹੜੀਆਂ ਵੀ x ਵਾਲੀਆਂ, ਇੱਧਰ ਕਿਹੜੀਆਂ ਵੈਲਿਊਜ਼ ਹੁੰਦੀਆਂ y ਵਾਲੀਆਂ। ਆ ਸਾਡੀ ਇੱਥੇ ਇੱਕ ਉਹ ਲਾਈਨ ਹੈ ਜਿਹਨੂੰ ਆਪਾਂ ਬੋਲ ਸਕਦੇ ਹਾਂ ਕਿ ਕਿਹੜੀ ਹੈ ਵੀ ਫੰਕਸ਼ਨ ਦੀ ਲਾਈਨ। ਤੇ ਸਾਡੇ ਕੋਲ ਕੀ ਹੈ y ਇਕੁਅਲ 2x। ਹੁਣ ਮੈਂ ਤੁਹਾਨੂੰ ਇਹ ਕਹਿਣਾ ਵੀ ਤੁਹਾਡੀ ਲਿਮਿਟ ਕੀ ਸੀ ਜਿਹੜਾ ਇੱਥੇ a ਦੀ ਪਲੇਸ ਤੇ ਉਹ 2 ਹੈ। ਤੁਸੀਂ ਕੀ ਕਰਦੇ ਹੋ
ਇੱਥੇ ਇੱਕ ਮੈਂ ਇੱਥੇ ਗ੍ਰਾਫ ਪਲੋਟ ਕਰਦਾ, ਤੁਸੀਂ ਕੀ ਕਰੋ ਵੀ ਜਿਹੜਾ y ਹੈ ਨਾ ਇਹਦੇ ਚ x ਨੂੰ 2 ਪੁੱਟ ਕਰ ਲਓ, ਜਿਵੇਂ ਤੁਹਾਡਾ 1 ਆ ਗਿਆ, ਇੱਥੇ 2 ਆ ਗਿਆ, ਮੰਨ ਲਓ 2 ਪੁੱਟ ਕਰ ਲਓ, y ਇਕੁਅਲ 2 into 2, if y 4 ਆ ਜਾਊਗਾ ਨਾ, ਇਹਨੂੰ 4 ਦੇਖੋ ਜਦੋਂ ਤੁਸੀਂ ਇੱਥੇ ਵੈਲਿਊ ਨਹੀਂ ਪਾ ਰਹੇ ਇਹਦੀ x ਦੀ 2, ਤਾਂ ਤੁਹਾਡੇ ਕੋਲ ਜਿਹੜਾ y ਹੈ ਉਹ ਕਿੰਨਾ ਆ ਜਾਂਦਾ ਹੈਗਾ, ਉਹ 4 ਆ ਜਾਂਦਾ। ਇਹ ਤੁਹਾਡੀ ਲਿਮਟ ਆ ਗਈ L, ਇਹ ਅਸੀਂ ਭਰਿਆ ਕੀ ਸੀ ਇੱਥੋਂ A। ਇਸ ਨੂੰ ਮੈਂ ਉਹ ਪੁਆਇੰਟ ਕਲੀਅਰ ਕਰ ਰਿਹਾ ਵੀ ਜਿਹੜੇ ਆਰਟੀਕਲਸ ਦੇ ਵਿੱਚ ਸਾਨੂੰ ਮੈਕਸਿਮਮ ਪ੍ਰੋਬਲਮ ਕ੍ਰੀਏਟ ਕਰਨਗੇ ਸਮਝਣ ਦੇ ਵਿੱਚ ਵੀ A ਕੀ ਚੀਜ਼ ਹੁੰਦੀ ਹੈ, L ਕੀ ਚੀਜ਼ ਹੁੰਦੀ ਹੈ। ਹਾਂਜੀ ਕਲੈਰਿਟੀ ਆ ਰਹੀ ਨਾ ਵੀ ਆਈ ਕਿਤੇ ਮੈਨੂੰ ਦੁਬਾਰਾ ਦੱਸ ਦਿਓ, ਮੈਂ ਰਿਪੀਟ ਕਰ ਦੂੰਗਾ ਵੀ ਸਾਰਾ ਇੱਥੋਂ ਕਲੀਅਰ ਨਹੀਂ ਹੋ ਰਿਹਾ। ਹੁਣ ਤੁਸੀਂ ਕਰੋ ਵੀ ਇਸ ਲਿਮਟ ਦੀ ਰਾਈਟ ਸਾਈਡ ਤੇ ਕੋਈ ਵੈਲਿਊ ਪੁੱਟ ਕਰਕੇ ਦੇਖੋ, ਮੰਨ ਲਓ ਤੁਸੀਂ ਇੱਥੇ ਮੈਂ ਲਾਰਜ ਵੈਲਿਊਜ਼ ਲੈ ਰਿਹਾ ਮੈਂ, ਬਟ ਹੁੰਦੀਆਂ ਬਹੁਤ ਸਮਾਲ, ਤੁਸੀਂ ਇਹਦੇ ਚ 1 ਪਲੱਸ ਕਰ ਲਓ 2 ਦੇ ਵਿੱਚ, ਤਾਂ ਕਿੰਨਾ ਜੂਗਾ 3। ਤੁਸੀਂ ਹੁਣ ਇੱਕ ਰਾਈਟ ਸਾਈਡ ਤੇ ਲਿਮਟ ਯੂਜ਼ ਕਰ ਲਈ, ਕਿਹੜੀ ਵਾਲੀ 3, ਤਾਂ ਤੁਹਾਡਾ ਇੱਥੇ ਫੰਕਸ਼ਨ ਜਿਹੜਾ ਉਹਦੇ ਵਿੱਚ ਇਹ ਆ ਜੂ, ਇਧਰਲੀ ਸਾਈਡ ਤੁਹਾਡੇ ਕੋਲ ਵੈਲਿਊ ਹੁਣ ਇੱਥੇ 3 ਪੁੱਟ ਕਰੋ, 3 ਪੁੱਟ ਕਰਨ ਨਾਲ ਕਿੰਨਾ ਆ ਜੂਗਾ ਬਾਈ 6, ਇਹ ਬਣ ਜੂਗਾ ਬਾਈ 6 ਆ ਗਿਆ। ਹੁਣ ਇਸ ਤੋਂ ਬਾਅਦ ਆਪਾਂ ਕੀ ਕਰਾਂਗੇ, ਦੁਬਾਰਾ ਤੋਂ ਇਹ ਚੋਂ ਇੱਕ ਵੈਲਿਊ ਘਟਾ ਲਓ, ਲੈਫਟ ਸਾਈਡ ਤੇ ਅਸੀਂ ਕੋਈ ਮੁੱਲ ਪੁੱਟ ਕਰ ਲਓ 1, ਇਹ ਚੋਂ 1 ਮਾਈਨਸ ਕਰ ਲਓ, ਤਾਂ ਉਹ ਕਿੰਨਾ ਆ ਜੂਗਾ ਵੀ ਇੱਥੇ 1 ਪੁੱਟ ਕਰੋ ਤਾਂ ਇਹ 2 ਆ ਜੂਗਾ ਨਾ, ਇੱਥੇ 6 ਆ ਗਿਆ ਸੀ, ਤਾਂ ਹੁਣ ਆਪਣੇ ਕੋਲ 2 ਆ ਜੂਗਾ। ਵਨ ਪੁੱਟ ਕਰਨ ਨਾਲ ਤੁਹਾਡਾ ਫੰਕਸ਼ਨ ਹੈ ਜਿਹੜਾ ਉਹ ਕਿੰਨਾ ਆ ਜੂਗਾ ਇੱਥੇ 2। ਹੁਣ ਇੱਥੇ ਸਮਝੋ ਵੀ ਜਿਹੜਾ ਫੰਡਾ ਮੇਨ ਡੈਲਟਾ ਤੇ ਅਪਸਾਈਲਨ ਦਾ, ਦੇਖੋ ਤੁਹਾਨੂੰ ਮੈਂ ਪੁਆਇੰਟ ਜਿਹੜਾ ਦਿੱਤਾ ਸੀ ਅਪਰੋਚ ਕਰਨ ਵਾਲਾ ਵੀ x ਅਪਰੋਚ ਕਿਹਨੂੰ ਕਰਦੇ ਹੈਗਾ, ਕਿਹਨੂੰ ਵੀ ਕਹਿੰਦੇ ਸੀ ਆਪਾਂ 2 ਦੇ ਵਿੱਚ ਆਪਾਂ ਥੋੜਾ ਜਿਹਾ ਜਸਟ ਕੀ ਕਰਤਾ ਪਲੱਸ ਕਰਤਾ, ਤੇ ਇਧਰ ਅਸੀਂ 2 ਚ ਕੀ ਕਰਤਾ ਥੋੜਾ ਜਿਹਾ ਮਾਈਨਸ ਕਰਤਾ, ਜਿਹੜਾ ਤੁਸੀਂ ਇੱਥੇ ਪਲੱਸ ਮਾਈਨਸ ਕੀਤਾ ਹੈ ਇਹ ਤੁਹਾਡਾ ਇੱਕ ਟਾਈਪ ਦਾ ਕੀ ਹੈ ਡੈਲਟਾ, ਯਾਨੀ ਕਿ ਤੁਹਾਡੇ ਕੋਲ A ਦੇ ਵਿੱਚ ਜਿਹੜਾ ਪੁਆਇੰਟ ਕੀ ਬਣ ਗਿਆ ਇੱਥੇ ਜਿਹੜਾ ਆਪਾਂ ਕਰ ਰਹੇ ਹਾਂਗੇ, ਇੱਥੇ ਬਣ ਗਿਆ ਤੁਹਾਡੇ ਕੋਲ A ਪਲੱਸ ਡੈਲਟਾ, ਇਹ ਵਾਲਾ ਕਿਹੜਾ ਪੁਆਇੰਟ ਆ ਗਿਆ A ਮਾਈਨਸ ਡੈਲਟਾ। ਇਹ ਤਾਂ ਤੁਹਾਡੇ x ਦੇ ਪੁਆਇੰਟ ਹੈ ਜਿਹੜੇ ਤੁਸੀਂ ਪੁੱਟ ਕਰਦੇ ਹੋ, ਉਹ ਪੁੱਟ ਕਰਨ ਨਾਲ ਜਿਹੜਾ x ਫੰਕਸ਼ਨ ਦੇ ਵਿੱਚ ਜਿਹੜੀਆਂ ਵੈਲਿਊਜ਼ ਤੁਹਾਡੇ ਕੋਲ ਸੋਲਵ ਕਰਕੇ ਆਉਂਦੀਆਂ ਉਹ ਇਹ, ਜਿਵੇਂ ਤੁਹਾਡਾ ਇਹ L ਹੈ, ਜੇ ਤੁਸੀਂ L ਦੇ ਵਿੱਚ ਇਧਰੋਂ ਤੁਸੀਂ ਡੈਲਟਾ ਪਲੱਸ ਕੀਤਾ ਨਾ x ਦੇ ਵਿੱਚ, ਤਾਂ ਉਹਦੇ ਨਾਲ ਫੰਕਸ਼ਨ ਦੇ ਵਿੱਚ ਕਿੰਨਾ ਇੰਕਰੀਮੈਂਟ ਹੋ ਗਿਆ ਅਪਸਾਈਲਨ, ਬਟ ਇੱਥੇ ਅਪਸਾਈਲਨ ਦੀ ਜਗ੍ਹਾ ਤੇ ਤੁਸੀਂ ਦੇਖ ਲਓ 4 ਹੈ, 4 ਚ ਕਿੰਨਾ ਹੋਰ ਐਡ ਹੋ ਗਿਆ 2। ਉਸ ਤੋਂ ਬਾਅਦ ਜੇ ਤੁਸੀਂ ਡੈਲਟਾ ਘਟਾਇਆ, ਯਾਨੀ ਕਿ ਤੁਹਾਡੀ x ਦੀ ਵੈਲਿਊ ਦੇ ਵਿੱਚੋਂ ਡੈਲਟਾ ਮਾਈਨਸ ਕਰਨ ਨਾਲ ਕੀ ਹੋਇਆ, ਇਹ 1 ਆ ਗਿਆ, ਡੈਲਟਾ ਮਾਈਨਸ ਕਰਨਾ 1 ਪੁੱਟ ਕੀਤਾ ਫੰਕਸ਼ਨ ਚ, ਤਾਂ ਤੁਹਾਡੀ ਉਹ ਸਾਵੀਂ ਵੈਲਿਊ ਕੀ ਬਣ ਗਈ ਮਾਈਨਸ ਹੋ ਗਈ ਨਾ, ਆਲਰੇਡੀ ਆਪਣੀ ਲਿਮਟ ਆਈ ਸੀ ਉਹ ਚੋਂ ਅਪਸਾਈਲਨ ਮਾਈਨਸ ਹੋ ਗਿਆ, ਯਾਨੀ ਕਿ 4 ਦੇ ਵਿੱਚੋਂ 2 ਜਿਹੜਾ ਉਹ ਹੇਠਾਂ ਮਾਈਨਸ ਹੋ ਗਿਆ। ਹੁਣ ਦੇਖੋ ਵੀ ਕਲੀਅਰ ਹੋ ਰਿਹਾ ਵੀ ਡੈਲਟਾ ਜਿਹੜਾ ਉਹ ਤਾਂ ਕੀ ਚੀਜ਼ ਹੈ, ਜੋ ਅਸੀਂ x ਦੇ ਵਿੱਚ ਜਾਂ ਤਾਂ ਪਲੱਸ ਕਰਕੇ ਲੈਨੇ ਜਾਂ ਜਿਹੜਾ ਅਪਰੋਚ ਕਰਦਾ ਉਹਨੂੰ ਪੁਆਇੰਟ A ਜਾਂ ਉਹਦੇ ਵਿੱਚੋਂ ਮਾਈਨਸ ਕਰਕੇ, ਇਹਦੇ ਪਲੱਸ ਮਾਈਨਸ ਕਰਨ ਨਾਲ ਜਿਹੜਾ x ਦੇ ਮੁੱਲ ਵਿੱਚ ਕੀ ਹੁੰਦਾ ਹੈ, ਜੋ ਸਾਡੇ y ਦੇ ਫੰਕਸ਼ਨ ਹੈ fx ਉਹਦੇ ਵਿੱਚ ਕੀ ਇੰਕਰੀਮੈਂਟ ਆਉਂਦਾ ਹੈ, ਜਾਂ ਤਾਂ ਵੱਧਦਾ ਹੈ ਥੋੜਾ ਜਿਹਾ ਐਡ ਕਰਨਾ, ਜਾਂ ਫਿਰ ਥੋੜਾ ਜਿਹਾ ਪਿੱਛੇ ਜਾਣ ਵਾਲਾ ਲੈਫਟ ਵੱਲ ਜਾਣ ਨਾਲ ਕੀ ਹੁੰਦਾ ਹੈਗਾ ਮਾਈਨਸ ਹੁੰਦਾ, ਇਹ ਚੀਜ਼ ਹੈ। ਹੁਣ ਮੈਨੂੰ ਇੱਕ ਚੀਜ਼ ਦੱਸੋ ਵੀ ਤੁਹਾਨੂੰ ਕਲੀਅਰ ਹੋ ਗਿਆ ਵੀ A ਕੀ ਹੁੰਦਾ ਹੈ, L ਕੀ ਹੁੰਦਾ ਹੈ, ਅਪਸਾਈਲਨ ਕੀ ਹੁੰਦਾ ਹੈ।
देखो ये चीज़ नाल ही अपना कंसैप्ट अगे क्लीयर होने लगू आर्टिकल्स के विचकार। हाँ ये यही चीज़ है भी जी पूरे लैसन के विच आपां स्पीड नाल बाद विच करी चलांगे, जिसनों उत्थे दोबारा पुछण की लोड़ ना पवे भी डेल्टा की सी जो एक्स के मुल विच असीं जां तां थोड़ा जिहा वधाउने या थोड़ा जिहा घटाउने है, फिर उहनूं फंक्शन विच पुट करन नाल जिहड़ा साडा वधाउण नाल वधूगा फंक्शन एप्सिलॉन ते घटाउण नाल एप्सिलॉन पार्ट थोड़ा जिहा माइनस होਊ। हुण देखो भी एप्सिलॉन की क्लैरिटी आ गई। बच्चे रिपीट करवा लो मेथों, डेल्टा बारे पूछना है डी पुट कर डी टाइप कर दो, एप्सिलॉन का नहीं पता लगे तो ई शॉर्ट फॉर्म, जे दोनों क्लियर है तो सी सी। ओके लवप्रीत जशन ठीक है बच्चे डी डेल्टा ओके डी ती हुई दोनों ही गुरप्रीत ठीक है भाई दस देना बच्चे कोई गल नहीं। देखो पेशेंस रखोगे ना संदीप क्लियर है ठीक है बच्चे। देखो भी जेकर रखोगे पेशेंस तो बहुत बढ़िया समझ आऊगा, जेकर रखोगे भी थोड़ी पेशेंस नहीं रखोगे फिर पेशेंट बन जाओगे। मेरी बच्चे नेचर हो जी मैं पढ़ाने तो बिल्कुल नहीं अकदा, बस तुसी पुछन ਲਈ ना पिछे हट जाओ। देखो मैं तुहानू कहा सी ना अपना लिमिट दी होंगी आपां एक्स अप्रोचेस टू 2 ते फंक्शन तुसी सॉल्व कर लेने जिवें इहनूं सॉल्व किया वो तुहाडा 3 आ गया, 3 तुहाडा एल है ये आपां ग्राफ प्लॉट किया सी ना ये तुहाडा एल आ गया कितना पुट करन नाल 2 पुट करना तुहाडा फंक्शन है सॉल्व करके वो 3 आ जाता। तुसीं इहदे विच थोड़ा जिहा प्लस किया एक 3 बन गया ना तो 3 भरन नाल तुसीं देखो भी तुहाडा फंक्शन कितना वधदा हैगा तो कितना वधूगा एल प्लस एप्सिलॉन दूजी साइड जो असीं इह चों घटावांगे तो उत्थे तुहाडा देखना भी कितना फंक्शन घटूगा इहनूं कहांगे एल माइनस एप्सिलॉन। जो तुसीं ए च वधाओगे तो डेल्टा जो फंक्शन च वाधा होऊगा जां घट आऊगा वो एप्सिलॉन क्लीयर। जो एक्स विच वधू घटू डेल्टा जो फंक्शन च चेंज आऊगा दैट इज एप्सिलॉन। बाकी आपां कल इहनूं दोबारा कंटिन्यू कर लांगे इत्थों रिपीट करके। तो अज मैं तुहाडी वीडियो अपलोड कर दिंदा जो भी तुहाडा फीडबैक हो प्लीज़ वो मैंने जरूर दस दिओ ताकि मैंने थोड़ी जी मोटिवेशन मिले इस चीज़ की। ठीक है स्टूडेंट्स अज अपना क्लास का टाइम इत्थों तक ही है, बाकी आप कल डिस्कस करांगे। बच्चे स्लो इन्होंने ने कहो भी असीं बड़ा स्लो चल रहे हैं पर क्लैरिटी होनी जरूरी है मेन गल है जे बेसिक तुहाडे वीक रह गए तो कोई भी सम तुहानूं क्लीयर नहीं होना कदे।